ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਅੱਜ ਅਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆਏ ਹਾਂ, ਜਿੱਥੇ ਨਵੇਂ ਖੇਤੀ ਕਾਨੂੰਨ, ਖੇਤੀ ਸੰਕਟ ਅਤੇ ਬਦਲਵੀਂ ਖੇਤੀ ਦੇ ਉੱਤੇ ਵਿਚਾਰ ਚਰਚਾ ਚੱਲ ਰਹੀ ਹੈ। ਵਿਚਾਰ ਚਰਚਾ ਹੋਈ ਜਿਸ ਵਿੱਚ ਮੁੱਖ ਬੁਲਾਰੇ ਖੇਤੀ ਮਾਮਲਿਆਂ ਦੇ ਮਾਹਰ ਦਵਿੰਦਰ ਸ਼ਰਮਾ ਸ਼ਾਮਲ ਹੋਏ। ਇਸ ਵੇਲੇ ਨਿੱਠ ਕੇ ਖੇਤੀ ਕਾਨੂੰਨਾਂ ਬਾਰੇ ਗੱਲਬਾਤ ਹੋਈ ਅਤੇ ਸਰਕਾਰਾਂ ਦੇ, ਕੇਂਦਰ ਸਰਕਾਰ ਦੇ ਕਾਰਪੋਰੇਟਾਂ ਹੱਥ ਪੂਰੇ ਦੇ ਪੂਰੇ ਮੁਲਕ ਨੂੰ ਗਹਿਣੇ ਧਰਨ ਦੇ ਬਾਰੇ ਨਿੱਠ ਕੇ ਵਿਚਾਰ ਚਰਚਾ ਹੋਈ ਅਤੇ ਆਗੂਆਂ ਨੇ ਪੱਖ ਰੱਖਿਆ ਕਿ ਸਾਡਾ ਗੁਜ਼ਾਰਾ ਤੇ ਸਿਰਫ ਇਹ ਖੇਤੀ ਕਾਨੂੰਨ ਇਕੱਲੇ ਰੱਦ ਕਰਕੇ ਹੀ ਨਹੀਂ, ਬਲਕਿ ਸਰਕਾਰ ਦਾ ਪਰ ਉਪਕਾਰੀ ਚਿਹਰਾ ਸਾਹਮਣੇ ਲਿਆ ਕੇ ਅਤੇ ਸਰਕਾਰਾਂ ਨੂੰ ਆਪਣੀ ਪਹੁੰਚ ਪਰ ਉਪਕਾਰੀ ਬਣਾ ਕੇ ਚੱਲਣ ਵਿੱਚ ਹੀ ਹੈ ਅਤੇ ਲੋਕਾਂ ਦੇ ਅੱਗੇ ਸਰਕਾਰ ਦੀ ਜਵਾਬਦੇਹੀ ਤੈਅ ਕਰਨਾ ਵੀ ਹੈ। ਉਹਨਾਂ ਨੇ ਹੋਰ ਬਹੁਤ ਸਾਰੇ ਕਾਨੂੰਨਾਂ ਦੀ ਨਿੰਦਿਆ ਵੀ ਕੀਤੀ ਅਤੇ ਲੋਕਾਂ ਨੂੰ ਸਿਹਤ, ਸਿੱਖਿਆ ਅਤੇ ਰੁਜ਼ਗਾਰ ਜਿਹੇ ਮੌਕੇ ਮੁਹੱਈਆ ਕਰਵਾਉਣ ਦੀ ਵੀ ਗੱਲ ਕੀਤੀ ਅਤੇ ਖੇਤੀ ਨੂੰ ਬਚਾਉਣ ਦੀ ਅਤੇ ਖੇਤੀ ਨੂੰ ਪਰਉਪਕਾਰੀ ਢੰਗ ਨਾਲ ਬਚਾਉਣ ਦੀ ਗੱਲ ਵੀ ਕੀਤੀ। ਦੂਜੀ ਗੱਲ ਹੈ ਕਿ ਲੈਂਡ ਹੋਲਡਿੰਗ ਸਾਈਜ਼ ਦੀ ਵੀ ਗੱਲ ਕੀਤੀ ਜਾਂਦੀ ਹੈ। ਹੁਣ ਇਹ ਠੀਕ ਹੈ ਕਿ 5 ਏਕੜ ਸਾਡੀ ਲੈਂਡ ਹੋਲਡਿੰਗ ਸਾਈਜ਼ ਹੈ। 86% ਫਾਰਮਰਸ ਦੇ ਅਗਰ ਦੇਖੀਏ ਆਪਾਂ ਸਾਈਜ਼ ਇੰਡੀਆ ਵਿੱਚ, ਇਹਨੂੰ ਸਾਰੇ ਮੰਨਦੇ ਕਿ ਇਹਨੂੰ ਜਦ ਤੱਕ ਅਸੀਂ ਲੈਂਡ ਹੋਲਡਿੰਗ ਨੂੰ ਬੜਾ ਨਹੀਂ ਕਰਾਂਗੇ, ਐਗਰੀਗੇਟ ਨਹੀਂ ਕਰਾਂਗੇ ਜਾਂ ਕੋਆਪਰੇਟਿਵਸ ਦੇ ਮਾਧਿਅਮ ਨਾਲ ਨਹੀਂ ਬਣਾਵਾਂਗੇ ਜਾਂ ਕੋਈ ਕਹਿੰਦੇ ਕੰਟੈਕਟ ਫਾਰਮਿੰਗ ਨਹੀਂ ਹੋਏਗੀ, ਤਦ ਤੱਕ ਇਹਨਾਂ ਦੀ ਜਿਹੜੀ ਇਨਕਮ ਹੈ ਉਹ ਨਹੀਂ बढ़ ਸਕਦੀ ਹੈਗੀ। ਵੈਲ, ਇਫ ਦਿਸ ਇਜ਼ ਟਰੂ, ਲੈਟ ਅਸ ਲੁੱਕ ਇਨਟੂ ਅਮਰੀਕਾ ਵਿੱਚ ਐਵਰੇਜ ਲੈਂਡ ਹੋਲਡਿੰਗ ਸਾਈਜ਼ 444 ਏਕੜ ਹੈ। ਆਪਣੇ ਆਪ 'ਚ ਬੜਾ ਹੈ ਰਕਬਾ, ਲੇਕਿਨ ਅਗਰ 10 ਕਿਸਾਨ ਵੀ ਮਿਲ ਜਾਣ ਤਾਂ 4000 ਦੇ ਉੱਪਰ ਉਹਨਾਂ ਦਾ ਏਕੜ ਤੋਂ ਰਕਬਾ ਹੋ ਜਾਂਦਾ, 4000 ਏਕੜ ਤੋਂ ਬੜਾ ਰਕਬਾ ਹੋ ਜਾਂਦਾ। ਦੈਟ ਆਈ ਥਿੰਕ ਇਜ਼ ਵਾਟ ਐਗਰੀਗੇਸ਼ਨ ਜੋ ਅਸੀਂ ਹਿੰਦੁਸਤਾਨ 'ਚ ਕਰਾਂਗੇ ਮੈਕਸਿਮਮ ਇਹੀ ਹੋਏਗੀ ਨਾ। 4000 5000 ਏਕੜ ਜੋੜ ਲੋਗੇ, 4000 ਤਾਂ ਉੱਥੇ 10 ਬੰਦੇ ਕਰ ਸਕਦੇ ਹੈਗੇ। ਲੇਕਿਨ ਕਿਆ ਕਾਰਨ ਹੈ ਕਿ ਔਰ ਇਹ ਅਮਰੀਕਾ ਤਾਂ 444 ਏਕੜ ਤਾਂ ਤੁਹਾਨੂੰ ਐਵਰੇਜ ਦੱਸਿਆ, ਕਿਉਂਕਿ ਅਮਰੀਕਾ ਇਜ਼ ਆਲਸੋ ਵੈਰੀ ਬਿਗ ਕੰਟਰੀ ਐਜ਼ ਯੂ ਨੋ, ਵਿਦ ਲੋਟ ਆਫ ਅਦਰ ਮਾਊਂਟੇਨਸ ਐਂਡ ਡੈਜ਼ਰਟਸ ਐਂਡ ਸੋ ਔਨ। ਲੇਕਿਨ ਉੱਥੇ ਵੀ ਤੁਸੀਂ ਦੇਖੋ 2-2 3-3 ਕਿਲੋਮੀਟਰ ਲੰਬੇ ਫਾਰਮ ਹੁੰਦੇ ਹੈਗੇ ਆ, ਔਰ ਉਹਦੇ ਬਾਵਜੂਦ ਵੀ ਅਗਰ ਉਹ ਜਿਹਨੂੰ ਕਹਿੰਦੇ ਨਾ ਕਿ ਇਹਨਾਂ ਦੀ ਇੱਕ ਬਾਰਗੇਨਿੰਗ ਪਾਵਰ ਹੋਏਗੀ। ਕਿਹਾ ਜਾਂਦਾ ਕਿ ਜਦ ਤੁਸੀਂ ਐਗਰੀਗੇਟ ਕਰ ਲੋਗੇ ਕਿਸਾਨਾਂ ਨੂੰ, ਛੋਟੇ ਕਿਸਾਨਾਂ ਨੂੰ, ਇਹਨਾਂ ਦੀ ਬਾਰਗੇਨਿੰਗ ਪਾਵਰ बढ़ ਜਾਏਗੀ ਤਾਂ ਮਾਰਕੀਟ ਵਿੱਚ ਇਹਨਾਂ ਨੂੰ ਪ੍ਰਾਈਸ ਜਿਹੜਾ ਹੈਗਾ ਇਹ ਡਿਟਰਮਿਨ ਕਰ ਪਾਉਣਗੇ, ਇਹ ਕਿਹਾ ਜਾਂਦਾ ਹੈਗਾ। ਬਟ ਲੈਟ ਅਸ ਲੁੱਕ ਇਨਟੂ ਅਮਰੀਕਾ। ਉੱਥੇ ਤਾਂ ਨਹੀਂ ਹੋਇਆ। ਕੈਨੇਡਾ ਦੇਖ ਲਓ, ਉੱਥੇ ਜਿਹੜੀ ਐਵਰੇਜ ਲੈਂਡ ਹੋਲਡਿੰਗ ਸਾਈਜ਼ ਹੈ ਉਹ 2000 ਤੋਂ ਲੈ ਕੇ 3000 ਏਕੜ ਹੈਗੀ ਹੈ, ਔਰ ਉਹ 3000 ਏਕੜ 'ਚ ਹੀ ਆਪਣੇ ਆਪ 'ਚ ਕਿਸਾਨ ਇੰਨਾ ਸક્ષਮ ਹੈਗਾ ਜਿਹਨੂੰ ਅਸੀਂ ਇੱਥੇ ਐਗਰੀਗੇਟ ਕਰਨਾ ਚਾਹੁੰਦੇ ਹਾਂ। ਉੱਥੇ ਇਨਕਮ ਨਹੀਂ बढ़ ਰਹੀ ਹੈਗੀ ਹੈ। ਯੂਰਪੀਅਨ ਯੂਨੀਅਨ ਤੁਹਾਨੂੰ ਦੱਸਿਆ ਕਿ ਉੱਥੇ ਇਨਕਮ ਨਹੀਂ बढ़ ਰਹੀ ਹੈਗੀ ਹੈ। ਐਂਡ ਲੁੱਕ ਇਨਟੂ ਆਸਟ੍ਰੇਲੀਆ ਵਿੱਚ ਐਵਰੇਜ ਲੈਂਡ ਹੋਲਡਿੰਗ ਸਾਈਜ਼ 14000 ਏਕੜ ਹੈਗਾ। 14000 ਏਕੜ ਦਾ ਕਿਸਾਨ ਜਿਹੜਾ ਹੋਏਗਾ ਉਹਦੇ ਤੇ ਇੰਨੀ ਬਾਰਗੇਨਿੰਗ ਪਾਵਰ ਹੋਣੀ ਚਾਹੀਦੀ ਹੈ ਕਿ ਹੀ ਸ਼ੁੱਡ ਬੀ ਡਿਕਟੇਟਿੰਗ ਦੀ ਮਾਰਕੀਟ ਪ੍ਰਾਈਸ। ਆਈ ਐਮ ਸ਼ੋਰ ਯੂ ਵਿਲ ਆਲ ਐਗਰੀ, ਇਕਨੋਮਿਕ ਪ੍ਰਿੰਸੀਪਲ ਤਾਂ ਇਹੀ ਕਹਿੰਦੇ ਹੈਗੇ। ਪਰ ਕਿਆ ਕਾਰਨ ਹੈਗੇ ਕਿ ਆਸਟ੍ਰੇਲੀਆ ਵਿੱਚ ਪਿਛਲੇ 30 ਸਾਲਾਂ ਵਿੱਚ 25% ਜਿਹੜੇ ਫਾਰਮ ਹੈਗੇ ਬੰਦ ਹੋ ਗਏ ਹੈਗੇ। ਔਰ ਤੁਹਾਨੂੰ ਪਹਿਲੇ ਹੀ ਕਿਹਾ ਹੈਗਾ ਕਿ ਸੁਸਾਈਡ ਰੇਟ ਉੱਥੇ ਵੱਧ ਚੁੱਕਿਆ ਹੈਗਾ। ਦੀ ਪੁਆਇੰਟ ਆਈ ਐਮ ਟ੍ਰਾਈਂਗ ਟੂ ਮੇਕ ਇਟ, ਇਵਨ ਦਿਸ ਆਰਗੂਮੈਂਟ ਫੇਲਸ ਕਿ ਬਈ ਇਹ ਕਹਿਣਾ ਕਿ ਵੀ ਛੋਟੀ ਲੈਂਡ ਹੋਲਡਿੰਗ ਸਾਈਜ਼ ਹੈ, ਇਹਨੂੰ ਐਗਰੀਗੇਟ ਕਰਾਂਗੇ, ਪੂਲ ਕਰਾਂਗੇ ਤਾਂ ਹੀ ਇਹਨਾਂ ਦੀ ਇਨਕਮ बढ़ ਸਕਦੀ ਹੈ, ਬਾਰਗੇਨਿੰਗ ਪਾਵਰ बढ़ਦੀ ਹੈ। ਦਿਸ ਹੈਜ਼ ਫੇਲਡ ਐਵਰੀਵੇਅਰ ਇਨ ਦੀ ਵਰਲਡ। The point I'm trying to make is ਕਿ ਇਹ ਜਿਹੜੇ ਸਾਡੇ failed concept ਹੈਗੇ economics ਦੇ, why are we continuing with that kind of economic ਸੋਚ? ਉਹਨੂੰ revisit ਕਰਨ ਦੀ ਜ਼ਰੂਰਤ ਹੈ। And I'm sure and I hope ਕਿ ਪੰਜਾਬੀ ਯੂਨੀਵਰਸਿਟੀ will take a lead in this part ਕਿ evidence based research ਕਹਿੰਦੀ ਹੈਗੀ ਕਿ all these concept ਜਿਹੜੇ ਸਾਨੂੰ 25 ਸਾਲ ਤੋਂ ਜਿਹੜੇ ਅਸੀਂ ਰਿਪੀਟ ਕਰੀ ਜਾਂਦੇ ਹੈਗੇ ਜਾਂ ਉਹ ਤੋਂ ਜ਼ਿਆਦਾ ਵੀ ਕਈ ਸਾਲ ਹੋ ਗਏ ਰਿਪੀਟ ਕਰੀ ਜਾਂਦੇ, I think they need to be discarded now. And there are a lot of books by economists, I can name some of the books ਜਿਹੜੇ ਕਹਿੰਦੇ ਪਏ ਕਿ ਵੀ ਇਹ ਜਿਹੜੀ ਜ਼ੂੰਬੀ ਜਿਹੜੀ kind of research ਹੈਗੀ ਇਹਨੂੰ ਹੁਣ ਬੰਦ ਕਰ ਦੇਣਾ ਚਾਹੀਦਾ ਹੈਗਾ। ਸੋ ਆਈ ਥਿੰਕ ਇਟ ਇਜ਼ ਵੈਰੀ ਕਲੀਅਰ ਬਿਫੋਰ ਅਸ ਕਿ ਦਿਸ ਇਜ਼ ਨਾਟ ਵਰਕਿੰਗ। ਦੂਸਰਾ ਇਹ ਕਿਹਾ ਜਾਂਦਾ ਕਿ ਜਦ ਮਾਰਕੀਟਸ ਪਲੇਅਰ ਆਉਣਗੀਆਂ ਤਾਂ ਮਾਰਕੀਟਸ ਵਿਲ ਡਿਟਰਮਿਨ ਦੀ ਪ੍ਰਾਈਸ, ਸਪਲਾਈ ਡਿਮਾਂਡ ਫੈਕਟਰ ਹੋਏਗਾ। ਐਂਡ ਆਫ ਕੋਰਸ ਪ੍ਰਾਈਸ ਡਿਸਕਵਰੀ ਤੋਂ ਪਹਿਲੇ ਕਹਿੰਦੇ ਆ ਕਿ ਵੀ ਪ੍ਰਾਈਵੇਟ ਇਨਵੈਸਟਮੈਂਟ ਆਏਗੀ, ਪ੍ਰਾਈਵੇਟ ਐਫੀਸ਼ੀਐਂਸੀ बढ़ाएगी ਉਹਨੂੰ। ਔਰ ਪੰਜਾਬ ਦੇ ਕੰਟੈਕਸਟ ਵਿੱਚ ਜਾਂ ਇੰਡੀਆ ਦੇ ਕੰਟੈਕਸਟ ਵਿੱਚ ਇਹ ਵੀ ਕਿਹਾ ਜਾਂਦਾ ਕਿ ਮੰਡੀਆਂ ਆ ਜਾਣਗੀਆਂ, ਆਪਣੀ ਪ੍ਰਾਈਵੇਟ ਮੰਡੀਆਂ। ਸੋ ਪ੍ਰਾਈਵੇਟ ਇਨਵੈਸਟਮੈਂਟ, ਪ੍ਰਾਈਵੇਟ ਮੰਡੀ ਐਂਡ ਪ੍ਰਾਈਸ ਡਿਸਕਵਰੀ ਹੋਏਗੀ। ਸਾਡੇ ਕੋਲ ਬਿਹਾਰ ਦਾ ਕਲਾਸਿਕ ਐਗਜ਼ਾਮਪਲ ਹੈਗਾ ਕਿ 2006 ਵਿੱਚ ਉੱਥੇ APMC ਨੂੰ ਬਾਹਰ ਕੱਢ ਕੇ ਸੁੱਟਤਾ ਗਿਆ ਸੀਗਾ। ਇਹੀ ਆਰਗੂਮੈਂਟ ਸੀ, ਮੈਨੂੰ ਯਾਦ ਹੈ ਉਸ ਸਮੇਂ ਦਾ ਪੀਰੀਅਡ, ਸਰਕਾਰ ਬੜੀ ਖੁਸ਼ ਹੋ ਕੇ ਬੋਲਦੀ ਸੀਗੀ ਕਿ ਬਈ ਤੁਸੀਂ ਪੰਜਾਬ ਨੂੰ ਭੁੱਲ ਜਾਓ। Now Bihar will be the harbinger of a market-driven agriculture in India. ਇਹ ਮੈਨੂੰ ਐਗਜ਼ੈਕਟ ਸ਼ਬਦ ਯਾਦ ਹੈਗੇ ਆ ਔਰ ਉਸ ਟਾਈਮ ਬੋਲੇ ਜਾਂਦਾ ਸੀਗਾ। ਐਂਡ ਵੀ ਵਰ ਟੋਲਡ ਕਿ ਮਾਰਕੀਟਸ ਹੁਣ ਆਉਣਗੀਆਂ, ਯੂ ਵਿਲ ਸੀ ਵਾਟ ਵਿਲ ਹੈਪਨ ਐਂਡ ਦੀ ਰੈਸਟ ਆਫ ਦੀ ਕੰਟਰੀ ਵਿਲ ਹੈਵ ਟੂ ਫੋਲੋ ਵਾਟ ਬਿਹਾਰ ਡਜ਼। ਔਰ ਅੱਜ ਹਾਲਾਤ ਇਹ ਹੈਗਾ ਕਿ ਬਿਹਾਰ ਤੁਸੀਂ ਜਾਣਦੇ ਹੋ 15 ਸਾਲ ਵਿੱਚ ਇਟ ਹੈਜ਼ ਬੀਨ ਅ ਡਿਜ਼ਾਸਟਰ ਔਰ ਅ ਫੇਲੀਅਰ ਐਜ਼ ਫਾਰ ਐਜ਼ ਐਗਰੀਕਲਚਰ ਪ੍ਰੋਡਕਸ਼ਨ ਇਜ਼ ਕੰਸਰਨ। ਉਹਨਾਂ ਦੀ ਲੇਬਰ ਆ ਕੇ ਪੰਜਾਬ ਵਿੱਚ ਕੰਮ ਕਰਦੀ ਹੈਗੀ ਹੈ, ਇਹ ਸਾਨੂੰ ਸਭ ਨੂੰ ਪਤਾ ਹੈਗਾ। ਇਨਫੈਕਟ ਬਿਹਾਰ ਇਜ਼ ਦੀ ਹਬ ਸਾਰੀ ਕੰਟਰੀ ਦਾ ਜਿਹੜਾ ਲੇਬਰ
ਪ੍ਰੋਵਾਈਡ ਕਰਦਾ ਹੈਗਾ, whether you are in Ladakh or whether you are in Kerala. Bihar is one of the dominant areas from where the labor flows out. Now ਇਹ ਸੱਚਾਈ ਜਿਹੜੀ ਹੈਗੀ ਹੈ, as let's look into globally also, and I give you some examples in my limited time ਤਾਂ ਕਿ ਆਪਾਂ ਉਹਨੂੰ ਸਮਝ ਸਕੀਏ. Let us look into the four bigger commodities or commercial commodities. Madam Anupama ਕਹਿ ਰਹੇ ਸੀਗੇ ਕਿ ਬਈ ਵੈਲਿਊ ਚੇਨ ਦੀ ਗੱਲ ਕਰ ਰਹੇ ਸੀ. I think let us also look into value chain. ਇੱਕ ਵੈਲਿਊ ਚੇਨ ਵੀ ਇੱਕ ਫੈਡ ਬਣ ਚੁੱਕਾ ਹੈਗਾ ਐਕੈਡਮਿਕ ਰਿਸਰਚ ਦਾ. ਚਾਹੇ ਮੈਂ ਕਿਸੇ ਬਿਜ਼ਨਸ ਸਕੂਲ ਜਾਵਾਂ, ਚਾਹੇ ਮੈਨੇਜਮੈਂਟ ਸਕੂਲ ਜਾਵਾਂ, ਮੈਨੂੰ ਸਾਰੇ ਦਿਖਾਉਂਦੇ ਆ ਜੀ ਸਾਡੀ ਦੇਖੋ ਵੈਲਿਊ ਚੇਨ ਅਸੀਂ ਸਟੱਡੀ ਕੀਤੀ ਹੈ. ਕਿਸੇ ਨੇ ਬਨਾਨਾ ਤੇ ਕੀਤੀ ਹੈ, ਤੇ ਕਿਸੇ ਨੇ ਮੈਂਗੋ ਤੇ ਕੀਤੀ ਹੈ, ਤੇ ਕਿਸੇ ਨੇ ਸਟ੍ਰਾਬੇਰੀ ਤੇ ਕੀਤੀ ਹੈ, ਉਹ ਦਿਖਾਉਂਦੇ ਆ. ਇੱਕ ਮੈਂ ਸਵਾਲ ਪੁੱਛਦਾ ਉਹਨਾਂ ਨੂੰ ਕਿ ਤੁਸੀਂ ਫਾਰਮਰ ਦਾ ਸ਼ੇਅਰ ਕਿੰਨਾ ਹੈਗਾ, ਉਹ ਤਾਂ ਤੁਸੀਂ ਲਿਖਿਆ ਨਹੀਂ. ਤਾਂ ਮੈਨੂੰ ਅਕਸਰ ਕਿਹਾ ਜਾਂਦਾ ਕਿ ਅਸੀਂ ਭੁੱਲ ਗਏ ਸੀ. ਵੈਲਿਊ ਚੇਨ ਦੇ ਵਿੱਚ ਤੁਸੀਂ ਦੇਖੋ ਨਾ ਕਿ ਕਿੰਨੇ ਉਹਨੂੰ ਜਦ ਤੱਕ ਫਰੋਮ ਦੀ ਪ੍ਰੋਡਿਊਸਰ ਟੂ ਦੀ ਕੰਜ਼ੂਮਰ ਜੋ ਵੀ ਪਲੇਅਰਸ ਹੈਗੇ ਸਭ ਦਾ ਸ਼ੇਅਰ ਹੈਗਾ ਕਿ ਰਿਟੇਲ ਦਾ ਇੰਨਾ ਸ਼ੇਅਰ ਹੈਗਾ, ਸੁਪਰ ਮਾਰਕੀਟਸ ਦਾ ਇੰਨਾ ਸ਼ੇਅਰ ਹੈਗਾ, ਟਰਾਂਸਪੋਰਟ ਦਾ ਇੰਨਾ ਸ਼ੇਅਰ ਹੈ. ਫਾਰਮਰ ਦਾ ਸ਼ੇਅਰ ਅਕਸਰ ਮਿਸਿੰਗ ਹੁੰਦਾ ਹੈ. ਤੇ ਕਈ ਜਗ੍ਹਾ ਤਾਂ ਮੈਂ ਪੁੱਛਿਆ ਤਾਂ ਉਹਨਾਂ ਨੇ ਕਿਹਾ ਜੀ ਕਿ ਅਸੀਂ ਭੁੱਲ ਗਏ ਸੀਗੇ. ਕਈ ਜਗ੍ਹਾ ਮੈਂ ਪੁੱਛਿਆ ਤਾਂ ਮੈਨੂੰ ਪਤਾ ਹੈ ਕਿ ਉਹ ਬੋਲਣਾ ਨਹੀਂ ਚਾਹੁੰਦੇ ਇਸ ਗੱਲ ਤੇ ਕੀ ਹੈਗਾ. ਨਾਓ ਲੈਟ ਅਸ ਲੁੱਕ ਇਨਟੂ ਵੈਲਿਊ ਚੇਨ. ਕਾਫੀ ਦੀ ਵੀ ਇੱਕ ਵੈਲਿਊ ਚੇਨ ਹੈਗੀ ਹੈ. ਲੈਟਸ ਲੁੱਕ ਇਨਟੂ ਦ ਗਲੋਬਲ ਐਸਪੈਕਟ. ਕਾਫੀ ਤੁਸੀਂ ਸਵੇਰੇ ਕਾਫੀ ਦਾ ਕੱਪ ਪੀਂਦੇ ਹੋ ਤਾਂ ਯੂ ਥਿੰਕ ਤੁਹਾਡੀ ਮਾਰਨਿੰਗ ਬੜੀ ਫਰੈਸ਼ ਹੋ ਗਈ ਹੈ ਐਂਡ ਡੇ ਇਜ਼ ਗੋਇੰਗ ਟੂ ਬੀ ਬ੍ਰਾਈਟ ਫॉर ਯੂ. ਬਟ ਇਮੈਜਿਨ ਵਾਟ ਹੈਪਨਸ ਟੂ ਦ ਕਾਫੀ ਗਰੋਅਰਸ. ਕਾਫੀ ਇਜ਼ ਅ $200 billion industry. $200 billion industry and there are 60 million growers coffee ਦੇ. ਸਾਰੀ ਦੁਨੀਆ ਵਿੱਚ 60 million growers ਹੈਗੇ ਹੈ. and the value chain of course ਤੁਸੀਂ ਮੰਨੋਗੇ ਕਿ $200 billion ਅਗਰ ਹੈਗੀ ਹੈ, ਉਹਦਾ ਟਰਨਓਵਰ ਹੈ, ਤਾਂ obviously ਤਾਂ farmers must be a gainer in this part. and let's not forget ਨਾ ਇੱਥੇ ਕੋਈ APMC ਹੈਗੀ ਹੈ, ਨਾ ਇੱਥੇ ਕੋਈ ਮੰਡੀ ਹੈਗੀ ਹੈ. it's all the way ਜਿਹਨੂੰ ਅਸੀਂ ਪ੍ਰਾਈਵੇਟ ਐਫੀਸ਼ੀਐਂਸੀ ਦੀ ਗੱਲ ਕਰਦੇ ਹੈਗੇ ਹਾਂ, ਕੰਪੀਟੀਸ਼ਨ ਦੀ ਗੱਲ ਕਰਦੇ ਹਾਂ. those are the big players ਕਾਫੀ ਵਿੱਚ. ਤੁਸੀਂ ਜਾਣਦੇ ਹੀ ਹੋ ਬਹੁਤ ਸਾਰੇ ਮਲਟੀਨੈਸ਼ਨਲ, you can name them. Now the point here is ਕਿ ਉੱਥੇ ਇੱਕ ਸਟੱਡੀ ਆਉਂਦੀ ਹੈ ਜੋ ਤੁਹਾਨੂੰ ਦੱਸਦੀ ਹੈ ਕਿ ਕਾਫੀ ਗਰੋਅਰਸ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਇਨਕਮ ਹੈਗੀ ਹੈ, ਡੇਲੀ ਇਨਕਮ ਇੰਟਰਨੈਸ਼ਨਲ ਜਿਹੜਾ ਇੱਕ ਪਾਵਰਟੀ ਦੀ ਲਾਈਨ ਹੈਗੀ ਹੈ $1.9 ਪਰ ਡੇ, ਉਸ ਤੋਂ ਥੱਲੇ ਹੈਗੀ ਹੈ. 60 million people ਜਿਹੜੇ ਹੈਗੇ they survive on an average income of less than the poverty line ਜਿਹੜਾ internationally decide ਕੀਤਾ ਗਿਆ ਹੈਗਾ. and we have a $200 billion industry. So the economist of one of the universities in America were working on it, ਪਰ ਉਹਨਾਂ ਦੀ ਗੱਲ ਕੋਈ ਸੁਣ ਨਹੀਂ ਰਿਹਾ ਸੀਗਾ. So they ultimately thought ki let's go to a better known economist. So they went to Jeffrey Sachs. And Jeffrey Sachs is now the brand ambassador for this kind of a battle. And what he has been able to do is ki unhone ek $10 billion da fund create kita hai, pumped in by the multinational companies, which will help the farmers to raise their income. Problem ye hai ki bhai that $10 billion is not even 1% of the turnover, total turnover of $200 billion that I talked about. And ਉਹਦੇ ਨਾਲ ਤੁਸੀਂ ਕਿੰਨਾ ਕਰ ਲੋਗੇ. ਔਰ ਮੈਨੂੰ ਲੱਗਦਾ ਕਿ that answer ਉਹਦੇ ਵਾਸਤੇ ਇੱਕੋ ਹੀ ਚੀਜ਼ ਸੀਗੀ ਕਿ ਜੇ ਉੱਥੇ ਮਿਨੀਮਮ ਸਪੋਰਟ ਪ੍ਰਾਈਸ ਹੁੰਦਾ ਉਹਨਾਂ ਕਾਫੀ ਗਰੋਅਰਸ ਵਾਸਤੇ, ਆਈ ਐਮ ਸ਼ੋਰ ਯੂ ਵਿਲ ਐਗਰੀ ਕਿ ਉਹਨਾਂ ਦਾ ਲਾਈਵਲੀਹੁੱਡ ਜਾਂ ਉਹਨਾਂ ਦਾ ਲਾਈਫ ਸਟਾਈਲ ਅੱਜ ਤੱਕ ਬਹੁਤ ਇੰਪਰੂਵ ਹੋ ਗਿਆ ਹੋਣਾ ਸੀ, ਬਹੁਤ ਚੱਕ ਬਦਲ ਜਾਣਾ ਸੀਗਾ. ਪਰ ਸਾਡੀ ਵੈਲਿਊ ਚੇਨ ਇਸ ਤਰ੍ਹਾਂ ਹੈਗੀ ਕਿ ਵੀ ਕੀਪ ਦੈਟ ਪਰਸਨ ਐਟ ਡੈਲੀਬਰੇਟਲੀ ਇੰਪਾਵਰਿਸ਼ਡ ਲੈਵਲ. ਇੱਕ ਚਾਕਲੇਟ ਦੀ ਗੱਲ ਵੀ ਮੈਂ ਹਰ ਜਗ੍ਹਾ ਤੁਹਾਡੇ ਨਾਲ ਸੁਣੀ ਹੋਏਗੀ, ਕਿਤੇ ਮੈਂ ਕਰਦਾ ਹੁੰਦਾ ਕਿ ਚਾਕਲੇਟ ਜਿਹੜਾ ਹੈਗਾ, ਜਦ ਤੁਸੀਂ ਨੈਕਸਟ ਟਾਈਮ ਮਾਰਕੀਟ ਵਿੱਚ ਜਾਓ ਚਾਕਲੇਟ ਖਰੀਦੋ ਤਾਂ ਤੁਹਾਡੇ ਕੋਲ ਜਿਹੜਾ ਤੁਸੀਂ ਐਵਰੇਜ ਬਾਰ ਖਰੀਦਦੇ ਹੋ ਚਾਕਲੇਟ ਦਾ, ਦੈਟ ਕਾਸਟ ਮੋਰ ਦੈਨ $100. ਔਰ ਜਿਹੜੀ ਐਵਰੇਜ ਇਨਕਮ ਹੈ ਚਾਕਲੇਟ ਇਜ਼ ਅ $210 billion ਇੰਡਸਟਰੀ. ਔਰ ਉਸ $200 billion ਇੰਡਸਟਰੀ ਉਸ ਵੈਲਿਊ ਚੇਨ ਨੂੰ ਅਸੀਂ ਦੇਖੀਏ, ਜਿਹੜਾ ਪ੍ਰੋਡਿਊਸਰ ਹੈਗਾ ਉਹਦਾ ਕੋਕੋਆ ਬੀਨਸ ਜਿਹੜੇ ਪ੍ਰੋਡਿਊਸ ਕਰਦਾ ਹੈਗਾ, ਉਹਦੀ ਜਿਹੜੀ ਇਨਕਮ ਹੈਗੀ ਹੈ, that average income is less than the amount you pay for that bar. $100 ਤੋਂ ਘੱਟ ਉਹਦੀ ਇਨਕਮ ਹੈਗੀ ਆ ਉਸ ਚਾਕਲੇਟ ਦੇ ਕੋਕੋਆ ਗਰੋਅਰ ਦੀ. ਔਰ ਤੁਸੀਂ ਦੇਖੋ this is how the value chains are devised. ਮੈਂ ਕੇਲੇ ਦੀ ਵੈਲਿਊ ਚੇਨ ਦੇਖ ਰਿਹਾ ਸੀਗਾ. ਕੇਲੇ ਦੀ ਵੈਲਿਊ ਚੇਨ ਦੀ ਇੱਕ ਸਟੱਡੀ ਆਉਂਦੀ ਹੈ ਯੂਰਪ ਵਿੱਚ, ਐਂਡ ਇਟ ਸੇਜ਼ ਕਿ ਕੇਲਾ ਇਜ਼ ਦੀ ਚੀਪੈਸਟ ਫਰੂਟ ਅਵੇਲੇਬਲ ਇਨ ਯੂਰਪ ਐਂਡ ਇਨ ਅਮਰੀਕਾ. ਕੇਲਾ ਜਿਹੜਾ ਹੈਗਾ ਉੱਥੇ ਇੰਡੀਆ ਤੋਂ ਘੱਟ ਆਉਂਦਾ ਹੈਗਾ, ਸਪੈਸ਼ਲੀ ਫਰੋਮ ਲੈਟਿਨ ਅਮਰੀਕਨ ਕੰਟਰੀਜ਼, ਐਲ ਸੈਲਵਾਡੋਰ ਐਂਡ ਡੋਮਿਨਿਕ ਰਿਪਬਲਿਕ ਐਂਡ ਸੋ ਔਨ, ਉੱਥੋਂ ਬਹੁਤ ਜ਼ਿਆਦਾ ਆਉਂਦਾ ਹੈਗਾ. ਔਰ ਉਹ ਕਹਿੰਦਾ ਹੈ ਕਿ ਉਹਦੀ ਵੈਲਿਊ ਚੇਨ ਕਹਿੰਦੀ ਹੈਗੀ ਹੈ ਕਿ ਕੇਲੇ ਦੇ ਅਗਰ ਤੁਸੀਂ $1 ਦਾ ਉੱਥੇ ਜਾਂ €1 ਦਾ ਯੂਰਪੀਅਨ ਯੂਨੀਅਨ ਵਿੱਚ ਤੁਸੀਂ ਕੇਲੇ ਖਰੀਦਦੇ ਹੋ ਤਾਂ ਕਿਸਾਨ ਨੂੰ ਉਹਦੇ 5 ਪੈਂਸ ਮਿਲਦੇ ਹੈਗੇ.
ਪਾਕਿਸਤਾਨ ਨੂੰ 5 ਪੈਂਸ ਮਿਲਦੇ ਹੈਗੇ ਆ, ਔਰ ਕੇਲਾ ਜਿਹੜਾ ਹੈਗਾ ਐਜ਼ ਆਈ ਟੋਲਡ ਯੂ ਇਟ ਇਜ਼ ਦ ਚੀਪੈਸਟ ਫਰੂਟ ਅਵੇਲੇਬਲ ਇਨ ਅਮਰੀਕਾ ਐਂਡ ਯੂਰਪ। ਇਟ ਕਲੀਅਰਲੀ ਟੈਲਸ ਯੂ ਕਿ ਬਈ ਇਹ ਜਿਹੜਾ ਸਿਸਟਮ ਹੈਗਾ ਜਿਹਨੂੰ ਅਸੀਂ ਕਹਿੰਦੇ ਕਿ ਦੀ ਸਪਲਾਈ ਡਿਮਾਂਡ ਔਰ ਜਾਂ ਵੈਲਿਊ ਚੇਨਸ ਜਿਹੜੀ ਹੈਗੀਆਂ, ਸਾਨੂੰ ਇਹ ਵੀ ਕਿਹਾ ਜਾਂਦਾ ਕਿ ਯੂ ਹੈਵ ਟੂ ਬੀ ਪਾਰਟ ਆਫ ਦੈਟ ਐਫੀਸ਼ੀਐਂਟ ਵੈਲਿਊ ਚੇਨ ਕਿ ਤੁਹਾਡੀ ਇਨਕਮ बढ़ेगी। ਮੈਨੂੰ ਨਹੀਂ ਸਮਝ ਆਉਂਦਾ ਕਿ ਕਾਫੀ ਔਰ ਚਾਕਲੇਟ ਜਾਂ ਕੇਲੇ ਤੋਂ ਜ਼ਿਆਦਾ ਐਫੀਸ਼ੀਐਂਟ ਵੈਲਿਊ ਚੇਨ ਕੀ ਹੋ ਸਕਦੀ ਹੈ, ਫਿਰ ਵੀ ਉਹ ਕਿਸਾਨ ਕਿਉਂ ਮਰ ਰਹੇ ਹੈਗੇ। The point I'm trying to make is कि सारी दुनिया विच I have not seen even one example कि अगर तुहाडे कोल है तां please correct me कि एक example भी होए जिहदे विच market economy दे नाल किसान दी income बढ़ गई हैगी। Now let us look in the United States of America। ਅਮਰੀਕਾ ਵਿੱਚ ਸਾਡੀ ਜਿਹੜੀ WTO ਦੀ ਸਟੱਡੀ ਹੈਗਾ, ਜਿਹੜਾ ਸੈਂਟਰ ਹੈਗਾ ਦਿੱਲੀ ਵਿੱਚ, ਉਹਨਾਂ ਦੀ ਸਟੱਡੀ ਕਹਿੰਦੀ ਹੈ ਕਿ ਐਵਰੇਜ ਜਿਹੜੀ ਇਨਕਮ ਮਿਲਦੀ ਹੈ ਅਮਰੀਕਾ ਦੇ ਕਿਸਾਨ ਨੂੰ, ਸਬਸਿਡੀ ਮਿਲਦੀ ਹੈਗੀ ਹੈ $62,000 ਦੀ ਸਬਸਿਡੀ ਹਰ ਸਾਲ ਕਿਸਾਨ ਨੂੰ ਮਿਲਦੀ ਹੈ ਅਮਰੀਕਾ ਵਿੱਚ। ਔਰ ਹਿੰਦੁਸਤਾਨ ਵਿੱਚ $280 ਦੀ ਸਬਸਿਡੀ ਹੈ, ਸਭ ਮਿਲਾ ਲਓ ਤਾਂ $280 ਐਂਡ ਪਲੱਸ $62,000 ਅਮਰੀਕਾ ਵਿੱਚ। ਔਰ ਅਗਰ ਤੁਸੀਂ ਇੱਕ ਹੋਰ ਉਹਦੇ ਦੇਖਣਾ ਚਾਹੋ ਤਾਂ ਜਿਹੜੀ ਇਨਕਮ ਹੈ, ਐਵਰੇਜ ਇਨਕਮ ਕਿਸਾਨਾਂ ਦੀ ਅਮਰੀਕਾ ਵਿੱਚ, ਡਿਸਪਾਈਟ ਮਾਰਕੀਟਸ ਆਪਰੇਟਿੰਗ ਦੇਅਰ, ਉੱਥੇ ਤਾਂ MSP ਨਹੀਂ ਹੈ, ਨਾ ਉੱਥੇ ਕੋਈ ਸਰਕਾਰੀ ਖਰੀਦ ਹੁੰਦੀ ਹੈਗੀ ਹੈ, ਉੱਥੇ ਵੀ ਅਮਰੀਕਾ ਵਿੱਚ ਜਿਹੜੀ ਐਵਰੇਜ ਇਨਕਮ ਹੈ ਕਿਸਾਨਾਂ ਦੀ, ਉਹ 40% ਜਿਹੜਾ ਉਹਦਾ ਸ਼ੇਅਰ ਹੈਗਾ, ਇਟ ਕਮਸ ਫਰਮ ਡਾਇਰੈਕਟ ਇਨਕਮ ਸਪੋਰਟ ਫਰਮ ਦੀ ਗਵਰਨਮੈਂਟ ਜਾਂ ਸਬਸਿਡੀਜ਼। 40% is coming from government or direct income support or from the government। और अगर तुसी यूरोप में देखते हो है तो 50% of the income ਜਿਹੜੀ ਕਿਸਾਨਾਂ ਦੀ ਹੈਗੀ ਹੈ, it is coming from subsidies or direct income support। कहने का मतलब है कि अगर markets इतनी efficient ਹੁੰਦੀਆਂ, there was no reason why the government should have substantiated the income by 40% in America and 50% in European Union। अगर तुसी आज state support withdraw कर लो अमेरिका विच और European Union विच, तो agriculture बिल्कुल ही collapse कर जाता हैगा उन्हां देशां विच। The point I'm trying to make is कि जो ਸਾਨੂੰ ਸਿਖਾਇਆ ਗਿਆ ਸੀ, ਸਾਨੂੰ ਦੱਸਿਆ ਗਿਆ ਸੀਗਾ ਕਿ ਭਾਈ ਜਿਹੜੀ ਮਾਰਕੀਟ ਇਕਨੋਮੀ ਹੈ ਉਹ ਇਨਕਮ ਨੂੰ बढ़ाती हैगी है, that's something which has not worked anywhere in the world as far as agriculture is concerned, or let's say basic raw material ਦੀ ਮੈਂ ਗੱਲ ਕਰ ਰਿਹਾ ਹੈਗਾ। So the point is कि भाई in this situation ਸਾਡੇ ਉੱਪਰ ਜਿਹੜੇ laws ਲੈ ਕੇ ਆਈ ਹੈਗੀ ਹੈ ਸਰਕਾਰ, ਜਾਂ ਜੋ impose ਕਰਨ ਦੀ ਕੋਸ਼ਿਸ਼ ਹੋ ਰਹੀ ਹੈਗੀ ਹੈ, they are the ones which have failed in the rest of the world। जब यही रिफॉर्म सारी दुनिया में फेल हो चुके हैं, हाउ डू वी बिलीव कि ये रिफॉर्म्स जो है साढ़े एग्रीकल्चर की काया पलट कर देंगे? I think this is a fundamental question which I think is important for the economists to understand, economists to challenge, economists to analyze and then come up with a new viable answer कि भी क्यों होना चाहिए हैगा। मेरा मानना हैगा, instead of going deeper into what all is happening, let's look into what should be the way forward for a country like India। ਜਿਸ ਤਰ੍ਹਾਂ ਹੁਣ ਇਹਨਾਂ ਨੇ ਕਿਹਾ ਸੀਗਾ ਕਿ ਵੀ ਸਾਡਾ ਐਗਰੀਕਲਚਰ ਦਾ ਹਾਲਾਤ ਇਹ ਹੈਗੀ ਹੈ ਕਿ ਇੱਕ ਸਰਕਾਰ ਦਾ ਆਪਣੇ ਸਰਵੇ, ਸਿਚੁਏਸ਼ਨਲ ਅਸੈਸਮੈਂਟ ਸਰਵੇ ਜਿਹੜਾ ਆਇਆ ਹੈਗਾ 2019 ਦਾ, ਵਿਚ ਲੁਕਸ ਇਨਟੂ ਐਗਰੀਕਲਚਰ ਹਾਊਸਹੋਲਡ ਦੀ ਇਨਕਮ ਆਲ ਅਕ੍ਰੋਸ ਦੀ ਕੰਟਰੀ, ਉਹ ਸਾਫ਼ ਕਹਿੰਦਾ ਹੈਗਾ, ਅਗਰ ਤੁਸੀਂ ਐਨਲਾਈਜ਼ ਕਰੋ ਕਿ ਐਗਰੀਕਲਚਰ ਦੀ ਜਿਹੜੀ ਇਨਕਮ ਹੈਗੀ ਹੈ ਪਿਛਲੇ 10 ਸਾਲਾਂ ਤੋਂ ਗਿਰਦੀ ਜਾ ਰਹੀ ਹੈ, ਘੱਟ ਹੋ ਗਈ ਹੈਗੀ ਹੈ। ਅੱਜ ਕਿਸਾਨ ਦੀ ਜਿਹੜੀ ਇਨਕਮ ਹੈ ਉਹ ਅਧਿਕਤਰ ਜੋ ਉਹਦਾ ਸ਼ੇਅਰ ਜਿਹੜਾ ਹੈਗਾ ਉਹ ਨਾਨ ਫਾਰਮ ਐਕਟੀਵਿਟੀ ਵਿੱਚੋਂ ਆ ਰਿਹਾ ਹੈਗਾ, ਨਾ ਕਿ ਕ੍ਰੌਪ ਕਲਟੀਵੇਸ਼ਨ ਤੋਂ ਆ ਰਿਹਾ ਹੈਗਾ। ਔਰ ਕ੍ਰੌਪ ਕਲਟੀਵੇਸ਼ਨ ਨੂੰ ਦੇਖਿਆ ਉਹਨਾਂ ਨੇ ਦੱਸਿਆ ਹੈਗਾ ਕਿ 27 ਰੁਪਏ ਪਰ ਡੇ is the farmer's income, 27 rupees per day is the farmer's income from crop cultivation। और इंटरेस्टिंग है, ਅਸੀਂ 309 ਮਿਲੀਅਨ ਟਨ ਜਿਹੜੀ ਹੈਗੀ ਹੈ ਖਾਦਿਆਨ ਪੈਦਾ ਕਰਦੇ ਹੈਗੇ ਆ, ਔਰ ਕਿਸਾਨ ਨੂੰ ਇਨਕਮ ਜਿਹੜੀ ਨਿਕਲਦੀ ਹੈ ਉਸ ਖਾਦਿਆਨ ਤੋਂ 27 ਰੁਪਏ ਪਰ ਡੇ। I think it tells you ਕਿ ਬਈ ਕਿਸਾਨ ਜਿਹੜੇ ਅੱਜ ਖੜੇ ਹੈਗੇ ਆ ਬਾਰਡਰਸ ਤੇ ਇੰਨੇ ਦਿਨਾਂ ਤੋਂ, ਸਾਰੇ ਮੌਸਮ ਦੀ ਜਿਹੜੀ ਬੇਰਹਿਮੀ ਹੈ ਉਹ ਸਹਿੰਦੇ ਆਏ ਹੈਗੇ, ਬੇਸਿਕਲੀ ਇਸ ਕਰਕੇ ਕਿਉਂਕਿ ਜੋ ਉਹ ਜਿਹਦੇ ਵਿੱਚੋਂ ਉਹ ਗੁਜ਼ਰ ਰਹੇ ਹੈਗੇ ਆ, ਐਕਚੁਅਲੀ if you allow me to say sir कि as a society we all failed to understand कि किसान किस क्राइसिस ਵਿੱਚ ਖੜਾ ਹੈਗਾ, ਔਰ ਕਿਸਾਨ ਨੂੰ ਅੱਜ ਸਾਡੇ ਸਭ ਦੀ ਜ਼ਰੂਰਤ ਸੀਗੀ। ਅੱਜ ਦੀ ਗੱਲ ਨਹੀਂ ਕਰ ਰਹੇ ਹਾਂ, ਪਹਿਲੇ ਵੀ we all failed, whether it was the academia, whether it was the civil society, or whether it was the bureaucracy, or whether it was the government, we all failed। ਅਸੀਂ ਆਪਣੀ ਤਨਖਾਹਾਂ ਤਾਂ बढ़ाते गए, ਤੁਹਾਡੀ academic staff association ਜਾਂ ਫਲਾਣੀ ਐਸੋਸੀਏਸ਼ਨ ਸਾਰੀਆਂ ਆਪਣੇ ਉਹ DA ਔਰ ਆਪਣੇ ਸਭ ਜੋੜਦੇ ਰਹੇ, ਪਰ ਕਦੀ ਅਸੀਂ ਇਹ ਟਾਈਮ ਲਗਾਇਆ ਜਾਂ ਸੋਚਿਆ ਕਿ ਕਿਸਾਨ ਦੀ ਵੀ ਅੱਜ ਅਸੀਂ ਇਨਕਮ ਦੀ ਹਾਲਾਤ ਦੀ ਗੱਲ ਕਰੀਏ। For all these decades ਜੋ ਅਸੀਂ ਡਿਨਾਈ ਕੀਤਾ ਕਿਸਾਨਾਂ ਨੂੰ ਸਮਝ ਆ ਗਿਆ ਕਿ ਵੀ ਸਾਡੇ ਵਾਸਤੇ ਕੋਈ ਨਹੀਂ ਖੜਾ ਹੈਗਾ, ਸਾਨੂੰ ਆਪਣੇ ਆਪ ਹੀ ਖੜਾ ਹੋਣਾ ਪਏਗਾ।
और ਅੱਜ ਇਹ ਜੋ ਅੱਜ ਇਹਨਾਂ ਨੇ ਜੋ ਅੱਜ ਦੁਨੀਆ ਵਾਸਤੇ ਇੱਕ ਉਦਾਹਰਣ ਸੈੱਟ ਕਰਦਾ ਹੈ, ਇਤਿਹਾਸਿਕ ਤਾਂ ਹੈ ਹੀ ਹੈ, ਪਰ ਮੈਨੂੰ ਲੱਗਦਾ ਕਿ ਇਹ ਸਿਰਫ ਲੜਾਈ ਆਪਣੇ ਵਾਸਤੇ ਨਹੀਂ ਲੜ ਰਹੇ ਹੈਗੇ, ਜਾਣੇ ਅਣਜਾਣੇ ਵਿੱਚ ਇਹ ਉਹ ਲੜਾਈ ਲੜ ਰਹੇ ਹੈਗੇ ਕਿ ਜਿਹੜੀ ਤੁਹਾਡੇ ਔਰ ਮੇਰੇ ਨਾਲ ਵੀ ਇੰਪੈਕਟ ਕਰਦੀ ਹੈ। It does not mean कि भाई just because public sector जा रहा हैगा तां कर वो लड़ाई हैगी है, but I think bigger economic design no किसान अजे challenge कर रहे हैगे। This actually should have come up from all of us. लेकिन असी कितने कितने, as I said repeatedly, there must be some exceptions, but by and large, when I look at the academia and the bureaucracy, I think we all fail the farmers. ਸਾਨੂੰ ਬਲਕਿ ਉਲਟਾ ਦੱਸਿਆ ਗਿਆ, ਤੁਹਾਨੂੰ ਇਹ ਟੈਕਨੋਲੋਜੀ ਆ ਜਾਏਗੀ, ਤੁਹਾਡੀ ਇਨਕਮ बढ़ ਜਾਏਗੀ। ਦੂਜਾ ਕਹਿੰਦਾ ਨਹੀਂ, ਤੁਸੀਂ ਮੁਰਗੀਆਂ ਪਾਲਣ ਕਰੋਗੇ, ਤੁਹਾਡੀ ਇਨਕਮ बढ़ ਜਾਏਗੀ। ਤੀਜਾ ਕਹਿੰਦਾ ਨਹੀਂ, ਤੁਸੀਂ ਅਗਰ ਪੇੜ ਲਗਾਓਗੇ, ਤੁਹਾਡੀ ਇਨਕਮ बढ़ ਜਾਏਗੀ। ਸਾਰੇ ਇਨਕਮ बढ़ਾਉਂਦੇ ਰਹੇ, ਉਹਨਾਂ ਦੀ ਆਪਣੀ ਇਨਕਮ ਤਾਂ बढ़ਦੀ ਰਹੀ, ਔਰ ਇਹਨਾਂ ਦਾ ਹਾਲ ਜਿਹੜਾ ਹੈਗਾ ਅਸੀਂ ਦੇਖ ਹੀ ਰਹੇ ਕਿਸਾਨਾਂ ਦਾ ਕੀ ਹੋਇਆ ਹੈਗਾ। ਓਵਰ ਦੀ ਪੀਰੀਅਡ ਨਾਓ ਵਾਟ ਇਜ਼ ਦੀ ਵੇ ਫਾਰਵਰਡ? ਮੈਨੂੰ ਲੱਗਦਾ ਹੈ ਕਿ ਤਿੰਨ ਚੀਜ਼ਾਂ ਕਰਨ ਦੀ ਜ਼ਰੂਰਤ ਹੈਗੀ ਹੈ। ਇਮੀਡੀਏਟ ਵਾਸਤੇ, ਇਮੀਡੀਏਟ ਸੋਲੂਸ਼ਨ ਜਿਹੜਾ ਹੈਗਾ ਤਾਂ ਸਾਡੇ ਦੇਸ਼ ਦੇ ਕਿਸਾਨਾਂ ਵਾਸਤੇ ਤਿੰਨ ਚੀਜ਼ਾਂ ਕਰਨੀ ਬਹੁਤ ਜ਼ਰੂਰੀ ਹੈ, ਐਂਡ ਦੇ ਆਰ ਬੇਸਡ ਔਨ ਆਵਰ ਸਟਰੈਂਥ। ਸਾਡੀ ਤਾਕਤ ਤੇ ਉਹ ਬੇਸ ਹੈਗੇ ਹੈ, ਐਂਡ ਲੈਟ ਅਸ ਟਰਾਈ ਟੂ ਸੀ ਸਾਨੂੰ ਐਜ਼ ਅ ਨੇਸ਼ਨ, ਆਈ ਐਮ ਸ਼ੋਰ ਯੂ ਵਿਲ ਆਲ ਐਗਰੀ ਵਿਦ ਮੀ, ਐਜ਼ ਅ ਨੇਸ਼ਨ ਵੀ ਆਰ ਅਸ਼ੇਮਡ ਆਫ ਆਰ ਓਨ ਸਟਰੈਂਥਸ। ਸਾਨੂੰ ਆਪਣੀ ਸਟਰੈਂਥ ਤੇ ਸ਼ਰਮ ਆਉਂਦੀ ਹੈ, ਸਾਨੂੰ ਬਾਹਰ ਦੀ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਦਿਖਦੀਆਂ ਹੈਗੀਆਂ। ਐਂਡ ਆਈ ਥਿੰਕ ਸਾਨੂੰ ਆਪਣੇ ਪ੍ਰੋਬਲਮਸ ਜਿਹੜੇ ਹੈਗੇ ਖੇਤੀ ਦੇ ਉਹਨੂੰ ਐਡਰੈਸ ਕਰਨ ਵਾਸਤੇ ਅਸੀਂ ਬਾਹਰ ਦੇ ਸੋਲੂਸ਼ਨ ਲੱਭਦੇ ਪਏ ਹੈਗੇ, ਐਂਡ ਵੀ ਟਰਾਈ ਟੂ ਇੰਪੋਰਟ ਦੋਸ ਸੋਲੂਸ਼ਨਸ ਔਨ ਟੂ ਦੀ ਕੰਟਰੀ। ਦੈਟ ਹੈਜ਼ ਬੀਨ ਦ ਟ੍ਰੈਵੈਸਟੀ ਆਫ ਦਿਸ ਕੰਟਰੀਜ਼ ਪਾਲਿਸੀ ਡਿਜ਼ਾਈਨ ਜਿਹੜਾ ਹੈਗਾ। ਲੈਟਸ ਲੁੱਕ ਇਨਟੂ ਐਗਰੀਕਲਚਰ। ਮਿਨੀਮਮ ਸਪੋਰਟ ਪ੍ਰਾਈਸ ਦਾ ਇੱਕ ਬਹੁਤ ਬੜਾ ਰੋਲ ਸੀਗਾ। ਆਈ ਵਿਲ ਨਾਟ ਗੋ ਇਨਟੂ ਦੀ ਹਿਸਟਰੀ ਆਫ ਇਟ, ਪਰ ਤੁਸੀਂ ਜਿਹੜੇ ਪੰਜਾਬ ਵਿੱਚ ਰਹਿੰਦੇ ਹੋ ਤੁਸੀਂ ਜ਼ਿਆਦਾ ਸਮਝਦੇ ਹੋਗੇ ਕਿ ਵੀ ਕਿਉਂ ਕਿਸਾਨ ਜਿਹੜਾ ਹੈਗਾ ਮਿਨੀਮਮ ਸਪੋਰਟ ਪ੍ਰਾਈਸ ਤੋਂ ਹਟਣਾ ਨਹੀਂ ਚਾਹੁੰਦਾ ਹੈਗਾ। all of us know that। ਉਹ ਜਾਣਦੇ ਹੋਏ let's be very clear, ਅੱਜ ਸ਼ਾਂਤਾ ਕੁਮਾਰ ਕਮੇਟੀ ਨੇ ਕਿਹਾ ਸੀਗਾ, ਅੱਜ ਨਹੀਂ ਪਹਿਲੇ ਜਦ ਮੈਂ ਮਿਲਿਆ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਵੀ 6% ਕਿਸਾਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਮਿਲਦਾ ਹੈ ਹਿੰਦੁਸਤਾਨ ਵਿੱਚ। ਦਿਸ ਇਜ਼ all crops and all farmers। 6% ਕਿਸਾਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਮਿਲਦਾ ਹੈ। ਮੇਰਾ ਕਹਿਣਾ ਹੈਗਾ ਕਿ 100% ਕਿਸਾਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਕਿਉਂ ਨਾ ਮਿਲੇ। ਅਗਰ 6% ਕਿਸਾਨਾਂ ਨੂੰ ਮਿਲਦਾ ਹੈਗਾ, ਜਿਹੜੇ ਪੰਜਾਬ ਹਰਿਆਣਾ ਬਾਈ ਐਂਡ ਲਾਰਜ ਡੋਮੀਨੇਟ ਕਰਦੇ ਹੈਗੇ ਆ, ਆਈ ਥਿੰਕ ਦੈਟ ਇਜ਼ ਅ ਮਾਡਲ ਵਿਚ ਵੀ ਸ਼ੁੱਡ ਰੈਪਲੀਕੇਟ ਆਲ ਅਕ੍ਰੋਸ ਦੀ ਕੰਟਰੀ। ਸੋ ਅੱਜ 23 ਫਸਲਾਂ ਤੇ MSP ਅਨਾਉਂਸ ਹੁੰਦਾ ਹੈ, ਲੇਕਿਨ ਇਫੈਕਟਿਵਲੀ ਸਿਰਫ 2 ਫਸਲਾਂ ਤੇ ਉਹ ਇੰਪਲੀਮੈਂਟ ਹੁੰਦਾ। ਅਸੀਂ ਜਾਣਦੇ ਹਾਂ ਵੀਟ ਐਂਡ ਪੈਡੀ ਤੇ, ਉਹ ਵੀ ਸਿਰਫ ਪੰਜਾਬ ਔਰ ਹਰਿਆਣੇ ਵਿੱਚ। ਇਹ ਨਾ ਸੋਚੋ ਕਿ ਸਾਰੇ ਦੇਸ਼ ਦੀ ਵੀਟ ਔਰ ਪੈਡੀ ਜਿਹੜੀ ਹੈਗੀ MSP ਤੇ ਖਰੀਦੀ ਜਾਂਦੀ ਹੈਗੀ ਹੈ। ਸਿਰਫ ਤਕਰੀਬਨ 14 ਜਾਂ 15%, ਅਗਰ ਮੈਂ ਗਲਤ ਨਹੀਂ ਹੈਗਾ, ਵੀਟ ਦੇ ਕਿਸਾਨਾਂ ਨੂੰ MSP ਮਿਲਦੀ ਹੈਗੀ ਹੈ। ਕਿਸਾਨਾਂ ਦੀ ਗੱਲ ਕਰ ਰਿਹਾ, ਔਰ ਪੈਡੀ ਵਿੱਚ ਸ਼ਾਇਦ 19 ਤੋਂ 20 ਹੈਗੀ ਹੈ। ਸੋ ਬਾਕੀ ਜਿਹੜਾ ਹੈਗਾ ਉਹ ਖਰੀਦ ਜਿਹੜੀ ਹੈਗੀ ਹੈ ਓਪਨ ਮਾਰਕੀਟ ਦੇ ਉਹਦੇ 'ਚ ਹੁੰਦੀ ਹੈਗੀ। ਨਾਓ ਦੀ ਪੁਆਇੰਟ ਹੇਅਰ ਇਜ਼ ਕਿ ਅਗਰ ਅਸੀਂ MSP ਇਸ ਕ੍ਰੌਪਸ ਤੇ ਕਰ ਸਕਦੇ ਹਾਂ 2 ਤੇ, ਮੇਰਾ ਕਹਿਣਾ ਹੈਗਾ ਕਿ ਟਾਈਮ ਹੈਜ਼ ਕਮ ਕਿ MSP ਜਿਹੜਾ ਹੈਗਾ ਉਹ ਸਾਰੀ ਕ੍ਰੌਪਸ ਦੇ ਉੱਪਰ ਲੀਗਲਾਈਜ਼ ਕੀਤਾ ਜਾਏ। ਬਟ ਲੀਗਲਾਈਜ਼ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਲਿਖਤਾ ਹੈਗਾ ਐਂਡ ਦੀ ਜੌਬ ਇਜ਼ ਡਨ। ਆਈ ਥਿੰਕ ਵਾਟ ਐਕਚੁਅਲੀ ਦੀ ਫਾਰਮਰਸ, ਮੇਰਾ ਮੰਨਣਾ ਹੈਗਾ ਕਿ ਦੇ ਸ਼ੁਡ ਆਸਕ ਫॉर ਇਜ਼ ਕਿ ਕੋਈ ਵੀ ਖਰੀਦ ਜਿਹੜੀ ਹੈਗੀ ਹੈ ਉਹ ਮਿਨੀਮਮ ਸਪੋਰਟ ਪ੍ਰਾਈਸ ਤੋਂ ਥੱਲੇ ਨਹੀਂ ਹੋਏਗੀ, ਐਂਡ ਜੇ ਕੋਈ ਕਰੇਗਾ ਵੀ ਤਾਂ ਹੀ ਸ਼ੁਡ ਬੀ ਪੈਨਲਾਈਜ਼ਡ ਫॉर ਇਟ। ਨਾਓ ਮੈਨੂੰ ਬਹੁਤ ਜਗ੍ਹਾ ਪੁੱਛਿਆ ਗਿਆ ਕਿ ਕਿਹੜੇ ਦੇਸ਼ ਵਿੱਚ ਹੋਇਆ ਹੈਗਾ। ਮੈਂ ਹਰ ਜਗ੍ਹਾ ਜਵਾਬ ਦਿੰਦਾ ਕਿ ਵਾਈ ਡੂ ਯੂ ਹੈਵ ਟੂ ਆਲਵੇਜ਼ ਹੈਵ ਟੂ ਲੁੱਕ ਫॉर ਕਿ ਕਿਹੜੀ ਦੇਸ਼ ਵਿੱਚ ਹੋਇਆ ਜਿਹਨੂੰ ਅਸੀਂ ਬੋਰੋ ਕਰ ਲਈਏ। ਵਾਈ ਕਾਂਟ ਵੀ ਐਜ਼ ਅ ਨੇਸ਼ਨ ਕ੍ਰੀਏਟ ਆਰ ਓਨ ਥਿੰਕਿੰਗ ਐਂਡ ਬਿਲਡ ਅਪ ਅ ਮਾਡਲ ਦੈਟ ਦੀ ਰੈਸਟ ਆਫ ਦੀ ਵਰਲਡ ਸ਼ੁਡ ਫੋਲੋ। ਔਰ ਇਹ ਸਾਨੂੰ ਸਮਝਣਾ ਹੈਗਾ ਕਿ ਇਟ ਇਜ਼ ਐਨ ਓਪਰਚੁਨਿਟੀ ਫॉर ਅਸ ਕਿ ਅਸੀਂ ਦੁਨੀਆ ਨੂੰ ਇੱਕ ਮਾਡਲ ਦੇ ਦੇਈਏ ਔਰ ਜਿਹੜਾ ਕਿ ਦੁਨੀਆ ਫੋਲੋ ਕਰ ਜਾਓ। ਸਰ ਤੁਹਾਨੂੰ ਤਾਂ ਜ਼ਿਆਦਾ ਪਤਾ ਹੋਏਗਾ ਕਿਸਾਨ ਨੇਤਾਵਾਂ ਨੂੰ, ਪਰ ਮੇਰੇ ਨਾਲ ਵੀ ਜਿਹੜਾ ਫੀਡਬੈਕ ਜਿਹੜਾ ਦੁਨੀਆ ਦੇ ਕਿਸਾਨਾਂ ਦਾ ਆਉਂਦਾ ਪਿਆ ਹੈ ਮੈਜੋਰਿਟੀ ਕੰਟਰੀਜ਼ ਤੋਂ, ਉਹ ਸਾਰੇ ਇਹ ਕਹਿੰਦੇ ਕਿ ਵੀ ਆਰ ਲੁਕਿੰਗ ਫਾਰਵਰਡ ਕਿ ਜਦ ਤੁਹਾਡੇ ਕਿਸਾਨਾਂ ਨੂੰ MSP ਜਦ ਲੀਗਲ ਹੋ ਜਾਏਗਾ, ਸਾਡੀ ਵੀ ਡਿਮਾਂਡ ਇਹੀ ਹੋਏਗੀ ਕਿ ਜੋ ਇੰਡੀਆ ਵਿੱਚ ਹੋਇਆ ਹੈ ਉਹ ਦੁਨੀਆ ਵਿੱਚ ਵੀ ਹੋਏ। Why should we look at ਕਿ ਕਿਹੜੀ ਕੰਟਰੀ ਵਿੱਚ ਹੋਇਆ ਕਿ ਕਿਹੜੀ ਕੰਟਰੀ ਵਿੱਚ ਨਹੀਂ ਹੋਇਆ ਹੈਗਾ? I think we should have that strength। ਦੂਸਰੀ ਚੀਜ਼ ਜਿਹੜੀ ਕਰਨ ਦੀ ਬਹੁਤ ਜ਼ਰੂਰਤ ਹੈਗੀ ਹੈ ਕਿ ਸਾਡੇ ਕੋਲ ਮੰਡੀਆਂ ਵਿੱਚ ਕਮੀਆਂ ਹੈਗੀਆਂ, ਸਭ ਨੂੰ ਪਤਾ ਹੈ। I think let us reform the mandis। ਲੈਟ ਅਸ ਸਟਰਕਚਰ ਨੂੰ ਕਿਸ ਤਰ੍ਹਾਂ ਇੰਪਰੂਵ ਕੀਤਾ ਜਾਏ ਉਹ ਕਰਨਾ ਚਾਹੀਦਾ। ਲੇਕਿਨ ਉਹ ਮੰਡੀਆਂ ਦਾ ਜਿਹੜਾ ਜਾਲ ਹੈਗਾ, 7000 ਮੰਡੀਆਂ ਹੈਗੀਆਂ ਇਸ ਸਮੇਂ ਕੰਟਰੀ ਵਿੱਚ, ਜਿਹਦੇ 'ਚ ਪ੍ਰਡੋਮੀਨੈਂਟਲੀ ਪੰਜਾਬ ਅਤੇ ਹਰਿਆਣਾ ਉਹ 'ਚ ਜ਼ਿਆਦਾ ਫਿਗਰ ਕਰਦੇ ਹੈਗੇ। ਆਈ ਥਿੰਕ ਉਹ ਮੰਡੀਆਂ ਦਾ ਜਾਲ ਸਾਰੇ ਦੇਸ਼ ਵਿੱਚ ਵਿਛਾਉਣਾ ਚਾਹੀਦਾ ਹੈਗਾ। ਮੰਡੀ ਸਾਨੂੰ ਇਹ ਕਹਿਣਾ ਕਿ ਬਈ ਅਸੀਂ ਸਾਰਾ ਦੇਸ਼ ਖੋਲ੍ਹਤਾ ਹੈਗਾ ਕਿ ਤੁਸੀਂ ਪੰਜਾਬ ਵਾਲੇ ਜਾ ਕੇ ਉੱਤਰਾਖੰਡ ਵਿੱਚ ਵੇਚੋ ਜਾਂ ਉੱਤਰਾਖੰਡ ਵਾਲਾ ਜਾ ਕੇ ਬੰਗਾਲ ਵਿੱਚ ਵੇਚੇ, ਕਿਤੇ ਵੀ ਵੇਚੋਗੇ, ਦੈਟ ਇਜ਼ ਨਾਟ ਦੀ ਵੇ ਫਾਰਵਰਡ। ਇਹ ਤਾਂ ਮਾਰਕੀਟ ਇਕੋਨਮੀ ਕਹਿ ਰਹੀ ਸੀਗੀ, ਜੇ ਤੁਹਾਨੂੰ ਮੈਂ ਕਿਹਾ ਦੁਨੀਆ ਵਿੱਚ ਫੇਲ ਹੋ ਚੁੱਕਾ ਹੈਗਾ। I think what we need is to bring the mandi closer to the farm।
वी नीड टू ब्रिंग द मंडी क्लोजर टू द फार्मर। मैं एक शेयर करना चाहांगा, कुछ साल पहले, कुछ साल क्या ਹੁੰਦਾ बहुत साल हो गए हैं, जब ब्राजील ਦੇ ਰਾਸ਼ਟਰਪਤੀ ਪ੍ਰੈਜ਼ੀਡੈਂਟ ਲੂਲਾ ਬਣੇ ਸੀਗੇ ਤਾਂ ਹੀ ਸੈਟ ਅਪ ਅ ਮਿਨਿਸਟਰੀ ਫॉर ਫੂਡ ਸਿਕਿਉਰਿਟੀ ਫਸਟ ਟਾਈਮ, ਔਰ ਉਹਦੇ ਵਿੱਚ ਉਹਨਾਂ ਦੇ ਨਏ ਮੰਤਰੀ ਸੀਗੇ ਐਂਡ two of us, Swaminathan and I, we were traveling for a European Union Agriculture Minister Summit to Rome, and he had requested both of us कि भाई I'm sending my minister, ਤੁਸੀਂ ਉਹਨੂੰ ਬੈਠ ਕੇ ਜਰਾ ਇਹ ਤਾਂ ਐਡਵਾਈਸ ਕਰੋ ਕਿ ਭਾਈ ਇੰਡੀਆ ਨੇ ਕਿਸ ਤਰ੍ਹਾਂ ਆਪਣਾ ਐਗਰੀਕਲਚਰ ਦਾ ਰੈਵੋਲੂਸ਼ਨ ਲੈ ਕੇ ਆਏ ਹੈਗੇ, ਬਿਕੋਜ਼ he wanted to go for zero hunger. And we spent time with the minister, और ਉੱਥੇ ਅਸੀਂ ਇਹੀ ਕਿਹਾ ਸੀਗਾ ਕਿ bring mandis closer to the farm. और ब्राजील ने 20 किलोमीटर, ब्राजील इज अ बिग कंट्री एज यू नो, ब्राजील ने 20 किलोमीटर ਤੇ ਇੱਕ ਇੱਕ ਮੰਡੀ ਦਾ ਪ੍ਰਾਵਧਾਨ ਦਿੱਤਾ। ਔਰ ਬ੍ਰਾਜ਼ੀਲ 'ਚ ਇਹ ਹੈਗਾ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਵੀ ਤੁਸੀਂ ਲੈ ਕੇ ਆਓਗੇ ਮੰਡੀ ਵਿੱਚ, ਸਰਕਾਰ ਵਚਨਬੱਧ ਹੈ ਉਹਨੂੰ ਖਰੀਦੇਗੀ, ਪਰ ਇੱਕ ਕੰਡੀਸ਼ਨ ਲਗਾਤੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੀ ਪੜਾਓਗੇ। I think these are the ways to do it. These are the ways to improve social outcome ਕੀ ਹੋਣਾ ਚਾਹੀਦਾ ਹੈਗਾ। So what we need in India is to bring the mandis closer. ਜੇ 5 ਕਿਲੋਮੀਟਰ ਰੇਡੀਅਸ ਤੇ ਅਸੀਂ ਮੰਡੀ ਦਿੰਨੇ ਹੈਗੇ ਆ ਤਾਂ ਸਾਨੂੰ 42,000 ਮੰਡੀਆਂ ਚਾਹੀਦੀਆਂ ਹੈਗੀਆਂ। ਔਰ ਤੁਸੀਂ 6 ਲੱਖ ਕਰੋੜ ਦਾ ਤੁਸੀਂ ਸੜਕਾਂ ਵਾਸਤੇ ਪ੍ਰੋਵੀਜ਼ਨ ਕਰ ਦਿੰਦੇ ਹੋ 5 ਸਾਲਾਂ ਵਿੱਚ। ਸੜਕਾਂ ਤੇ ਸੜਕਾਂ 4 ਲੇਨ ਦਾ 8 ਲੇਨ ਦਾ, ਮੈਂ ਹਰ ਜਗ੍ਹਾ ਕਿਹਾ ਹੈਗਾ ਕਿ ਅਗਰ ਮਾਊਂਟ ਐਵਰੈਸਟ ਇੰਡੀਆ ਵਿੱਚ ਹੁੰਦਾ ਤਾਂ you would have had high lane, a 4 lane or at least going to the top of the Mount Everest. That is not what we want. What we want is कि भी ये भी investment, public sector investment ਜਿਹੜੀ ਹੈ ਹੋਣੀ ਚਾਹੀਦੀ ਹੈ। Incidentally, public sector investment 2012 ਤੋਂ ਲੈ ਕੇ 2018 ਦੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਕਹਿੰਦਾ ਹੈਗਾ public sector investment in agriculture which falls part of that policy ਜਿਹੜਾ ਪਿੰਡਾਂ 'ਚ ਲੋਕਾਂ ਨੂੰ ਕੱਢਣਾ ਹੈਗਾ has only been 0.4% of GDP. 0.4% of GDP ਸਿਰਫ ਇਨਵੈਸਟ ਹੋਇਆ ਹੈਗਾ ਪਬਲਿਕ ਸੈਕਟਰ ਇਨਵੈਸਟਮੈਂਟ ਇਨ ਐਗਰੀਕਲਚਰ, ਵੇਅਰ ਅਸੀਂ ਜਾਣਦੇ ਕਿ 6% ਅਸੀਂ ਸਿਰਫ ਟੈਕਸ ਕੰਸੈਸ਼ਨ ਦੇ ਦਿੰਦੇ ਹਰ ਸਾਲ ਕਾਰਪੋਰੇਟਸ ਨੂੰ। ਸੋ ਇਟ ਟੈਲਸ ਯੂ ਵੈਰੀ ਕਲੀਅਰਲੀ ਕਿ ਵੀ ਵੇਅਰ ਦੀ ਮਨੀ ਇਜ਼ ਗੋਇੰਗ ਐਂਡ ਵੇਅਰ ਇਟ ਸ਼ੁੱਡ ਹੈਵ ਬੀਨ ਇਨਵੈਸਟਡ। ਸੋ ਮੰਡੀਆਂ ਦਾ ਇੱਕ ਨੈਟਵਰਕ ਜਾਲ ਵਿਚ ਜਾਂਦਾ ਹੈਗਾ। ਦੈਟ ਇਜ਼ ਵਾਟ ਮਾਰਕੀਟਸ ਹੋਣੀ ਚਾਹੀਦੀਆਂ ਹੈਗੀਆਂ ਐਂਡ ਦੈਟ ਇਜ਼ ਵਾਟ ਵੀ ਨੀਡ। ਪ੍ਰਾਈਵੇਟ ਸੈਕਟਰ ਨੂੰ ਵੀ ਲੈ ਕੇ ਆਓ, ਲੇਕਿਨ ਇਹ ਨਹੀਂ ਹੋਣਾ ਚਾਹੀਦਾ ਕਿ ਵੀ ਪ੍ਰਾਈਵੇਟ ਸੈਕਟਰ ਵਾਸਤੇ ਕੋਈ ਲਾਜ਼ ਆਪਰੇਟ ਨਹੀਂ ਕਰਦੇ। ਪ੍ਰਾਈਵੇਟ ਸੈਕਟਰ ਸਿਰਫ ਤੁਹਾਡੇ ਕੋਲ ਇੱਕ ਪੈਨ ਕਾਰਡ ਹੋਣਾ ਚਾਹੀਦਾ। ਦੈਟ ਇਜ਼ ਨਾਟ ਦੀ ਰਾਈਟ ਪਾਲਿਸੀ। If you really want competition, let both operate in the same system. Both operate under same laws. ਚਾਹੇ ਉਹ APMC ਹੋਏ ਚਾਹੇ ਪ੍ਰਾਈਵੇਟ ਮੰਡੀਜ਼ ਹੋਏ, ਇੱਕ ਜਾਲ ਦੇਸ਼ ਵਿੱਚ ਵਿਛਣਾ ਚਾਹੀਦਾ ਹੈਗਾ 42,000 ਮੰਡੀਆਂ ਦਾ। ਤੀਸਰਾ, and I think these two first ਜੋ ਤੁਹਾਨੂੰ ਮੈਂ ਪੇਸ਼ ਕੀਤੇ ਹੈਗੇ ਆ ਉਦਾਹਰਨ, I think these are the ways to ensure ਕਿ agriculture becomes economically viable and profitable for all times to come. ਇੱਕ ਬੇਸ ਜਿਹੜੀ ਚਾਹੀਦੀ, ਇੱਕ ਸਟਰੈਂਥ ਜਿਹੜੀ ਚਾਹੀਦੀ ਹੈ, that will come from the structure. ਤੀਸਰਾ ਜਿਹੜਾ ਹੈਗਾ ਉਹ ਹੈ ਕਿ ਸਾਡੀ ਅਮੂਲ ਡੇਰੀ ਜਦ ਬਣੀ ਸੀਗੀ, ਤੁਹਾਨੂੰ ਯਾਦ ਹੋਏਗਾ ਉਸ ਟਾਈਮ ਤੇ ਵੀ ਵਰ ਅ ਡੈਫੀਸ਼ੀਐਂਟ ਕੰਟਰੀ, ਅਸੀਂ ਇੰਪੋਰਟ ਕਰਦੇ ਸੀਗੇ ਨਾਟ ਮਚ ਆਫ ਮਿਲਕ, ਲੇਕਿਨ ਡੇਰੀ ਸੈਕਟਰ ਵਾਸ ਨਾਟ ਅ ਪ੍ਰੋਫਿਟੇਬਲ ਸੈਕਟਰ ਐਟ ਦੈਟ ਟਾਈਮ। ਉਹ ਜਿਹੜਾ ਕੋਆਪਰੇਟਿਵ ਸਟਰਕਚਰ ਬਣਿਆ ਹੈਗਾ, ਦੈਟ ਇਜ਼ ਦੀ ਕਾਈਂਡ ਆਫ ਥਿੰਗ ਵੀ ਨੀਡ ਟੂ ਰੈਪਲੀਕੇਟ ਇਨ ਦੀ ਕੰਟਰੀ। ਮੈਨੂੰ ਯਾਦ ਹੈ ਜॉर्ज ਮਿਸਟਰ ਵਰਗੀਸ ਕੁਰੀਅਨ ਜਦ ਸੀਗੇ ਐਂਡ ਇਨ ਮਾਈ ਵੇਰੀਅਸ ਮੀਟਿੰਗਸ ਵਿਦ ਹਿਮ ਹੀ ਵੁੱਡ ਆਲਵੇਜ਼ ਟੈਲ ਮੀ ਦੇਵਿੰਦਰ ਵੇਟ ਫॉर ਦੀ ਡੇ ਜਿਸ ਦਿਨ ਮੈਂ ਆਇਲ ਸੀਡ ਵਿੱਚ ਵੀ ਕੋਆਪਰੇਟਿਵ ਲੈ ਕੇ ਆਵਾਂਗਾ। ਵੇਟ ਫॉर ਦੀ ਡੇ ਜਿਸ ਦਿਨ ਮੈਂ ਵੈਜੀਟੇਬਲਸ ਵਿੱਚ ਵੀ ਕੋਆਪਰੇਟਿਵ ਲੈ ਕੇ ਆਵਾਂਗਾ। ਐਂਡ ਮਦਰ ਡੇਅਰੀ ਜਿਹੜਾ ਤੁਸੀਂ ਦੇਖਦੇ ਹੋ, ਜਿਹੜੇ ਬੂਥ ਬਣੇ ਹੈਗੇ ਦਿੱਲੀ ਵਿੱਚ, ਦੇ ਐਕਚੁਅਲੀ ਵਰ ਮੈਂਟ ਫॉर ਦੈਟ। ਇਹ ਅਫਸੋਸ ਦੀ ਗੱਲ ਹੈਗੀ ਹੈ ਕਿ ਅੱਜ ਕੰਟਰੈਕਟਰ ਚਲਾ ਰਹੇ ਹੈਗੇ ਉਹਨਾਂ। So I think what we need is to replicate the dairy model into fruits, vegetable, oil seeds and so on. Is it possible? एक मिनट लवांगा हो। Is it possible? The answer is कि ਇਹ ਸਾਨੂੰ ਸਮਝਣਾ ਹੈਗਾ ਵੈਲਿਊ ਚੇਨ ਵਿੱਚ ਅਗਰ ਤੁਸੀਂ 100 ਰੁਪਏ ਦਾ ਕੋਆਪਰੇਟਿਵ ਦਾ ਦੁੱਧ ਖਰੀਦਦੇ ਹੋ, ਵੈਲਿਊ ਚੇਨ ਦੀ ਇੱਕ ਇਹ ਵੀ ਪਲੱਸ ਪੁਆਇੰਟ ਦੇਖ ਲੀजिए। 100 ਰੁਪਏ ਦਾ ਤੁਸੀਂ ਅਗਰ ਦੁੱਧ ਖਰੀਦਦੇ ਹੋ ਤਾਂ 70 ਰੁਪੀਸ to 80 ਰੁਪੀਸ ਜਿਹੜਾ ਹੈਗਾ ਉਹ ਕਿਸਾਨ ਦੇ ਖਾਤੇ ਜਾਂਦਾ ਹੈ। ਔਰ ਇਹ ਅਮੂਲ ਦੇ ਚੇਅਰਮੈਨ ਵੀ ਕਹਿੰਦੇ ਹੈਗੇ, ਇਹ ਪੰਜਾਬ ਦੇ ਅਗਰ ਤੁਸੀਂ ਚੇਅਰਮੈਨ ਨਾਲ ਗੱਲ ਕਰੋਗੇ ਅਮਰੀਕਾ ਦੇ, ਤਾਂ ਉਹ ਵੀ ਇਹੀ ਕਹਿੰਦੇ ਹੈਗੇ ਕਿ ਵੀ ਇੰਨਾ ਕਿਸਾਨ ਕੋਲ ਜਾਂਦਾ ਹੈ। ਇਨ ਅਮਰੀਕਾ ਜਿੱਥੇ ਪੂਰੀ ਮਾਰਕੀਟ ਇਕਨੋਮੀ ਆਪਰੇਟ ਕਰਦੀ ਹੈ, ਜਦ ਕਿਸਾਨ $1 ਦਾ ਤੁਸੀਂ ਪ੍ਰੋਡਿਊਸ ਵੇਚਦਾ ਕਿਸਾਨ ਆਪਣਾ, ਉਹਦਾ ਸ਼ੇਅਰ 8% ਹੈਗਾ। 8% ਹੈਗਾ ਅਗਰ ਮਾਰਕੀਟ ਇਕਨੋਮੀ ਆਪਰੇਟ ਕਰਦੀ ਹੈ, ਔਰ 70 ਤੋਂ 80% ਹੈਗਾ ਅਗਰ ਕੋਆਪਰੇਟਿਵ ਆਪਰੇਟ ਕਰਦਾ ਹੈ। ਸੋ ਵਾਈ ਡੋਂਟ ਵੀ ਗੋ ਫॉर ਅ ਵੈਲਿਊ ਚੇਨ ਜਿਹੜਾ ਕਿ ਕਿਸਾਨਾਂ ਨੂੰ 70 ਤੋਂ 80% ਜਾਂ 60% ਘੱਟ ਤੋਂ ਘੱਟ ਡਿਲੀਵਰ ਕਰੇ। ਇਹ ਚੀਜ਼ ਜਿਹੜੀ ਸਾਨੂੰ ਕਰਨ ਦੀ ਬਹੁਤ ਜ਼ਰੂਰੀ ਸੀ। ਤਾਂ 3 ਚੀਜ਼ਾਂ 1, 2 and 3 MSP, ਮੰਡੀ ਐਂਡ ਦੀ ਕੋਆਪਰੇਟਿਵ। ਮੇਰਾ ਮੰਨਣਾ ਹੈ ਕਿ ਦਿਸ ਇਜ਼ ਵੇਅਰ ਦੀ ਕੰਟਰੀ ਨੀਡਸ ਟੂ ਮੂਵ ਅਹੈਡ ਟੂ ਇਨਸ਼ੋਰ ਕਿ ਗਲੋਬਲੀ ਅਸੀਂ ਕਿਸ ਤਰ੍ਹਾਂ ਇੱਕ ਮਾਡਲ ਦੇ ਪਾਈਏ, ਔਰ ਬਲਕਿ ਜੋ ਸਾਡੇ
ਪ੍ਰਾਈਮ ਮਿਨਿਸਟਰ ਦਾ ਵਿਜ਼ਨ ਹੈਗਾ ਜੋ ਹਰ ਵਾਰ ਉਹ ਰਿਪੀਟ ਕਰਦੇ ਹੈਗੇ सबका साथ सबका विकास, सबका साथ सबका विकास ਤਾਂ ਹੀ ਹੋਏਗਾ ਜੇ ਅਸੀਂ ਐਗਰੀਕਲਚਰ ਨੂੰ ਬਿਲਡ ਅਪ ਕਰਾਂਗੇ। ਆਫਟਰ ਆਲ Agriculture employs 50% of the population, and there is no other sector which can provide employment to even those who we want to shift out। ਅਸੀਂ ਦੇਖ ਹੀ ਲਿਆ ਹੈਗਾ ਕਿ ਲੋਕਡਾਊਨ 1 ਵਿੱਚ ਕਰੋੜਾਂ ਲੋਕੀ ਵਾਪਸ ਗਏ ਹੈਗੇ ਆ ਪਿੰਡਾਂ ਵਿੱਚ, ਸ਼ਹਿਰ ਵਿੱਚ ਜਿਹੜੇ ਹੈਗੇ ਉਹਦੇ ਵਿੱਚ ਹੁਣ ਕੁਝ ਪਰਸੈਂਟੇਜ ਵਾਪਸ ਹੋਣੀ ਤਾਂ ਆਈ ਹੈ ਕਿਉਂਕਿ ਅਸੀਂ ਉਹਨੂੰ ਜਾਣਬੁੱਝ ਕਰਕੇ ਐਜ਼ ਆਈ ਸੈਡ ਕਿ ਇੰਪਾਵਰਿਸ਼ ਰੱਖਦੇ ਆ। ਬਲਕਿ ਇੱਕ ਪੁਰਾਣੇ ਜਿਹੜੇ ਚੇਅਰਮੈਨ ਸੀਗੇ, ਇਕਨੋਮਿਕ ਐਡਵਾਈਜ਼ਰ ਸੀਗੇ, ਉਹਨਾਂ ਨੇ ਕਿਹਾ ਹੈਗਾ ਕਿ ਬਈ ਮਨਰੇਗਾ ਅਗਰ ਸ਼ਹਿਰ ਵਿੱਚ ਵੀ ਲੈ ਕੇ ਆਉਣਾ ਹੈਗਾ, ਸਾਨੂੰ ਮਨਰੇਗਾ ਜਿਹੜਾ ਸ਼ਹਿਰ ਦੇ ਜਿਹੜੇ ਵਰਕਰਸ ਹੋਣਗੇ ਉਹਨਾਂ ਵਾਸਤੇ ਜ਼ਿਆਦਾ ਪ੍ਰਾਈਸ ਦੇਣਾ ਪਏਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪਿੰਡਾਂ ਚੋਂ ਲੋਕੀ ਕੱਢ ਕੇ ਸ਼ਹਿਰ ਵਿੱਚ ਆਉਣ। So this is the economic thinking that I think it should be clear to us. So अगर ਅਸੀਂ ladies and gentlemen, अगर ਅਸੀਂ ਇਹ ਤਿੰਨ ਚੀਜ਼ਾਂ ਲੈ ਕੇ ਆਨੇ ਆ, ਪ੍ਰਾਵਧਾਨ ਲੈ ਕੇ ਆਨੇ ਆ, and also we start looking at what is wrong with the kind of economics that has been taught to us repeatedly, I think we will be moving forward towards a situation ਜਿਹਦੇ ਵਿੱਚ ਕਿਸਾਨ ਜਿਹੜਾ ਹੈਗਾ ਉਹ ਖੇਤੀ ਵਿੱਚ ਹੀ ਖੁਸ਼ਹਾਲ ਨਹੀਂ, ਖੇਤੀ ਵਿੱਚ ਹੀ ਨਹੀਂ ਰਹੇਗਾ ਬਲਕਿ ਇੱਕ ਜਿਹੜਾ ਸਬਕਾ ਸਾਥ ਸਬਕਾ ਵਿਕਾਸ ਦਾ ਮਾਡਲ ਹੈ ਉਹ बढ़ेगा। ਐਂਡ ਐਜ਼ ਅ ਇਕਨੋਮਿਸਟ ਸਰ ਆਈ ਮਸਟ ਟੈਲ ਯੂ, ਅਗਰ ਅਸੀਂ ਕਹਿੰਦੇ ਹਾਂ ਕਿ 7ਵਾਂ ਵੇਤਨ ਆਯੋਗ ਜਿਹੜਾ ਹੈਗਾ ਜਦੋਂ ਆਇਆ ਸੀ ਤਾਂ ਕਿਹਾ ਜਾਂਦਾ ਸੀਗਾ ਕਿ ਭਾਈ ਉਹਦੇ ਨਾਲ ਬੂਸਟਰ ਡੋਜ਼ ਟੂ ਦੀ ਇਕਨੋਮੀ ਹੋਏਗਾ ਬਿਕੋਜ਼ ਉਹ ਜਿਹੜਾ ਪੈਸਾ ਲੋਕਾਂ ਕੋਲ ਆਏਗਾ ਐਕਸਟਰਾ ਬਾਈ ਵੇ ਆਫ ਐਡੀਸ਼ਨਲ ਸੈਲਰੀ ਔਰ ਪੈਨਸ਼ਨ ਜੋ ਵੀ ਹੈ that will come in the market, and market ਜਦ ਡਿਮਾਂਡ बढ़ेगी ਤਾਂ the wheels of development will race। ਲੇਕਿਨ ਸਰ ਇਮੇਜਿਨ ਕਰੋ ਕਿ ਅਗਰ 50% ਪੋਪੂਲੇਸ਼ਨ ਕੋਲ ਪੈਸਾ ਜ਼ਿਆਦਾ ਆਏਗਾ ਤਾਂ ਜਿਹੜੀ ਅਸੀਂ ਉਹ ਮਾਰਕੀਟ ਵਿੱਚ ਜਿਹੜਾ ਪੈਸਾ ਆਏਗਾ ਇਟ ਵਿਲ ਨਾਟ ਬੀ ਅ ਬੂਸਟਰ ਡੋਜ਼, ਇਟ ਵਿਲ ਬੀ ਅ ਰੌਕੇਟ ਡੋਜ਼ ਫॉर द कंट्री, और रॉकेट डोज होएगा कंट्री दी इकोनॉमी वास्ते। I think let us move away from what has been taught to us। My only submission before you is, and let us try to go for evidence based analysis which can give us the way the world should move forward। So thank you very much, बहुत धन्यवाद, शुक्रिया। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।